परम सत्कारयोग सतगुरां दी साजी और नवाजी हुई सत संगत जीओ। आप माई भाई गुरमुख प्यारिਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਸੀ। आओ रल मिल के सारे ही आपां गुरबाणी दियां विचारां करन दा यतन करिए। श्रोमणी भगत भगत कबीर जी महाराज गुरबाणी चलदी आ रही है, की कहंदे ने गुरबाणी दे विच। आओ जरा सारे रल मिल के सरवण करिए। गौड़ी खट नेम कर कोठड़ी बांदे बत नूप बिच पाई। सिरजनहार ने छेया चक्रां वाली शरीरक कोठड़ी बनाई है ਅਤੇ इस विच उसने एक लसानी सह पाई है। एक लसानी सह चीज पाई है। कुंजे कुल्फ प्राण कर राखे करते बार न लाई। हे मेरिए जिंदे जिंदे अते चाबी दी तरह उसकी चौकीदार बनाई गई है। इस तरह करन विच करतार ने कोई देरी नहीं लाई। अब मन जागत रहे रे भाई, गाफल होए कै जन्म गवायो। चोर मुछै कर जाई रहाओ। हे मेरे आ वीरा भरावा, हुण तू अपनी आत्मा नूं जागदी रख। बंदा कई बार जागदी सुत्ता जागदा ही सुत्ता रहिंदा। कई बार कहंदे बेपरवाह होके तू अपना मनुखा जीवन गवा लिया। इन्ना बेपरवाह हो गया, इन्ना बेफिक्रा हो गया कि तू अपना मनुखा जन्म ही गवा लिया। तेरा घर चोर लुट्टी जा रहे ने। किहड़े घर नूं लुट रहे ने? आ शरीर रूपी घर नूं चोर लुट रहे ने। वो चोर किहड़े ने? काम क्रोध लोभ मोह हंकार, ये पंज चोर आह शरीर रूपी घर नूं लुट रहे ने। की लुट रहे ने? अमृत लुटै मनमुख नहीं जाने। ये जिहड़ा अमृत रूपी खजाना है, इनू यह पंज चोर लुट रहे ने। बंदे दा जीवन बर्बाद कर देंदे ने, जिंदगी बर्बाद कर देंदे ने। अगे सुनो की कहते ने। पंच पहरुआ दर मह रहते तिनका नहीं पतियारा। कहते पंज ज्ञान इंद्रे दरवाजे उत्ते पहरेदार खड़े हैं। पंज ज्ञान इंद्रे दरवाजे दे उत्ते पहरेदार खड़े हैं, पर उन्हां उत्ते कोई भरोसा नहीं किया जा सकता। ज्ञान इंद्रियां ते भी कहते भरोसा नहीं किया जा सकता। चेत सुचेत चित होए रहो तो लै प्रगास उजियारा। जद ताई तू अपने चौकस मन अंदर जागदा है, तेनू नूर ते चानन प्राप्त होवेगा। नौ कर देख जो कमान पुले बत नूप न पाई। पत्नी जेड़ी
नौ गोलकां वाली देह नूं वेख के कुराहे पै गई है, ਉਹ ਰੱਬ ਦੇ ਨਾਮ ਦੀ ਲਸਾਨੀ ਵਸਤੂ ਨੂੰ ਨਹੀਂ ਪਾਉਂਦੀ। ਪਤਨੀ ਕਿਹਨੂੰ ਆਖਿਆ ਇੱਥੇ? ਇੱਥੇ ਆਤਮਾ ਨੂੰ ਪਤਨੀ ਆਖਿਆ। ਇਹ ਆਤਮਾ ਗੁਰਮੁਖ ਪਿਆਰਿਓ ਨੌ ਗੋਲਕਾਂ ਆ ਸਰੀਰ ਨੂੰ ਵੇਖ ਕੇ ਗਲਤ ਰਸਤੇ ਪੈ ਗਈ ਆ। ਲਸਾਨੀ ਵਸਤੂ ਜਿਹੜੀ ਕੀਮਤੀ ਵਸਤੂ ਸੀ, ਉਹ ਰੱਬ ਦੇ ਨਾਮ ਦੀ ਲਸਾਨੀ ਵਸਤੂ ਨੂੰ ਨਹੀਂ ਪਾਉਂਦੀ। ਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਨਹੀਂ ਪਾਉਂਦੀ। ਕਹਿਤ ਕਬੀਰ ਨਵੈ ਕਰ ਮੂਸੇ, ਦਸਮੈ ਤਿਤ ਤਤ ਸਮਾਈ। ਕਹਿੰਦੇ ਅਸਲੀ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਆ, ਦੇ ਬਿਨਾ ਚੋਰ ਨੌਵਾਂ ਗੋਲਕਾਂ ਵਾਲੇ ਸਰੀਰ ਨੂੰ ਲੁੱਟ ਲੈਂਦੇ ਨੇ। ਕਬੀਰ ਜੀ ਆਖਦੇ ਨੇ, ਗੌੜੀ ਕਬੀਰ ਜੀ ਮਾਈ ਮੋਹੇ ਅਵਰ ਨ ਜਾਣਿਓ, ਮਾਈ ਮੋਹੇ ਅਵਰ ਨ ਜਾਣਿਓ, ਅੰਨ ਨਾ। हे ਮੇਰੀ ਮਾਤਾ, ਮੈਂ ਪ੍ਰਭੂ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ। ਮਾਈ ਮੋਹੇ ਅਵਰ ਨ ਜਾਣਿਓ, ਅਜਾਨਾ, ਹੋਰ ਨਹੀਂ ਕਿਸੇ ਨੂੰ ਜਾਣਦਾ। ਸਿਵ ਸੰਕਾਦ ਜਾਸ ਗੁਣ ਗਾਵੇ, ਤਾਸ ਮੋਹੇ ਪ੍ਰਾਨਾ ਰਹਾਉ। ਮੇਰੀ ਆਤਮਾ ਉਸ ਅੰਦਰ ਰਹਿੰਦੀ ਹੈ ਜਿਸ ਦੀ ਕੀਰਤੀ ਸਿਵ ਜੀ ਅਤੇ ਸੰਕਾਦਕ ਆਦਿਕ ਗਾਇਨ ਕਰਦੇ ਨੇ। ਹਿਰਦੇ ਪ੍ਰਗਾਸ ਗਿਆਨ ਗੁਰ, ਗਮਤ ਗਗਨ ਮੰਡਲ ਮੈਂ ਧਿਆਨਾ। ਗੁਰਾਂ ਨੂੰ ਮਿਲ ਪੈਣ ਤੇ ਬ੍ਰਹਮ ਬੋਧ ਦਾ ਚਾਨਣਾ ਮੇਰੇ ਅੰਦਰ ਆਤਮੇ ਪ੍ਰਵੇਸ਼ ਕਰ ਗਿਆ ਹੈ ਅਤੇ ਮੇਰੀ ਬਿਰਤੀ ਦਸਮ ਦੁਆਰ ਅੰਦਰ ਸਥਿਰ ਹੋ ਗਈ ਹੈ। ਜਦੋਂ ਸਿਮਰਨ ਕਰਦੇ ਆ ਨਾ, ਆਪਣੀ ਬਿਰਤੀ ਸੁਰਤੀ ਨੂੰ 9 ਦਰਵਾਜ਼ਿਆਂ ਤੋਂ ਰੋਕ ਕੇ ਰੱਖਦੇ ਆ, ਸਿਮਰਨ ਕਰਦੇ ਆ, ਫਿਰ ਦਸਵਾਂ ਦੁਆਰ ਖੁੱਲ ਜਾਂਦਾ। ਦਸਮ ਦੁਆਰਾ ਅਗਮਾ ਅਪਾਰਾ ਪਰਮ ਪੁਰਖ ਕੀ ਘਾਟੀ। ਦਸਮ ਦੁਆਰ ਦੇ ਵਿੱਚ ਪਰਮੇਸ਼ਰ ਰਹਿੰਦਾ ਹੈ। ਦਸਮ ਦੁਆਰ ਦੇ ਵਿੱਚ ਪਰਮੇਸ਼ਰ ਰਹਿੰਦਾ। ਗੁਰਦੁਆਰਾ ਲਾਏ ਭਾਵ ਨੇ ਇੱਕ ਨਾ ਦਸਮ ਦੁਆਰ ਦਿਖਾਇਂਦਾ। ਗੁਰਦੁਆਰੇ ਗੁਰੂ ਤੇ ਭਾਵਨਾ ਰੱਖਦੇ ਆ ਨਾ, ਸਿਮਰਨ ਕਰਦੇ ਆ, ਤਾਂ ਦਸਵਾਂ ਦੁਆਰਾ ਦਿਖ ਜਾਂਦਾ। ਜਿਹੜੇ ਰੱਬ ਦੇ ਪਿਆਰੇ ਨੇ, ਸਿਮਰਨ ਕਰਨ ਵਾਲੀਆਂ ਰੂਹਾਂ ਨੇ, ਬੰਦਗੀ ਕਰਨ ਵਾਲੀਆਂ ਰੂਹਾਂ ਨੇ, ਉਹਨਾਂ ਦੇ ਦਸਮ ਦੁਆਰ ਦੇ ਵਿੱਚ ਧਿਆਨ ਧਰਦੇ ਨੇ, ਸਿਮਰਨ ਕਰਦੇ ਨੇ। ਉੱਥੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ। ਦਸਵੇਂ ਦੁਆਰ ਦੇ ਵਿੱਚ ਉਹ ਪਰਮ ਪੁਰਖ ਦੀ ਘਾਟੀ ਆ, ਉੱਥੇ ਰਹਿੰਦਾ ਹੈ ਪਰਮੇਸ਼ਰ। ਸਾਰੇ ਸਰੀਰ ਦਾ ਖਿਆਲ ਛੱਡ ਕੇ, 9 ਦਰਵਾਜ਼ਿਆਂ ਦਾ ਖਿਆਲ ਛੱਡ ਕੇ, 10ਵੇਂ ਦਰਵਾਜ਼ੇ ਨਾਲ ਸੁਰਤ ਜੋੜਦਾ, 10ਵੇਂ ਦੁਆਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਜਦੋਂ ਇਹ ਆਤਮਾ ਪ੍ਰਵੇਸ਼ ਕਰ ਜਾਂਦੀ ਹੈ ਤਾਂ ਪਰਮਾਤਮਾ ਮਿਲ ਜਾਂਦਾ ਹੈ। ਆਖੋ ਸਤਨਾਮ। ਇਸ ਤਰ੍ਹਾਂ ਮਿਲਦਾ ਪਰਮਾਤਮਾ। ਸਾਨੂੰ ਪਤਾ ਹੀ ਨਹੀਂ ਵੀ 10ਵਾਂ ਦੁਆਰਾ ਵੀ ਹੈ ਕੀ ਆ, ਉਹ ਕਿਵੇਂ ਖੁੱਲੂਗਾ। ਉਹ ਖੁੱਲਦਾ ਹੈ ਸੇਵਾ ਔਰ ਸਿਮਰਨ। ਜਿੰਨਾ ਅਸੀਂ ਸਿਮਰਨ ਕਰਾਂਗੇ, ਬੰਦਗੀ ਕਰਾਂਗੇ ਨਾ,
ਉਹ ਦਰਵਾਜ਼ਾ ਫੇਰ ਖੁੱਲਦਾ। ਮੰਨ ਲਓ ਵੀ ਇੱਕ ਚੀਜ਼ ਬਹੁਤ ਆਮ ਦਰਵਾਜ਼ਾ ਲਾ ਲਈਏ ਆਪਾਂ, ਘਰ ਦਾ ਦਰਵਾਜ਼ਾ ਲਾ ਲਈਏ ਵੀ ਬੜਾ ਕੈੜਾ ਵੀ ਧੱਕੇ ਨਾਲ ਵੀ ਨਹੀਂ ਖੁੱਲਦਾ, ਕਈ ਵਾਰ ਫੁੱਲ ਜ਼ੋਰ ਲਾਉਣਾ ਪੈਂਦਾ ਖੁੱਲ ਜਾਂਦਾ। ਇਸੇ ਤਰ੍ਹਾਂ ਬੜੀ ਮਿਹਨਤ ਕਮਾਈ, ਨਾਮ ਦੀ ਕਮਾਈ, ਬੰਦਗੀ ਦੀ ਕਮਾਈ, ਭਜਨ ਕਰਨਾ ਪੈਂਦਾ, ਫਿਰ ਕਿਤੇ 10ਵਾਂ ਦੁਆਰਾ ਖੁੱਲਦਾ। ਆਖੋ ਸਤਨਾਮ। 10ਵਾਂ ਦੁਆਰਾ ਅਗਮ ਅਪਾਰਾ, ਪਰਮਪੁਰ ਕੀ ਘਾਟੀ, ਉੱਥੇ ਫਿਰ ਪਰਮੇਸ਼ਰ ਵਸਦਾ ਭਾਈ। ਅੱਗੇ ਸੁਣੋ ਕੀ ਕਹਿੰਦੇ ਨੇ। ਬਿਖੈ ਰੋਗ ਤੇ ਬੰਧਨ ਭਾਗੇ, ਮਨ ਨਿਜ ਕਰ ਸੁਖ ਜਨਾਨਾ। ਕਹਿੰਦੇ ਪਾਪ ਦੀ ਬਿਮਾਰੀ, ਡਰ ਤੇ ਸੰਸਾਰੀ ਅਸਲੇਟੇ ਦੌੜ ਗਏ ਨੇ, ਅਤੇ ਮੇਰੀ ਆਤਮਾ ਨੇ ਆਪਣੇ ਨਿਜ ਦੇ ਗ੍ਰਹਿ ਵਿੱਚ 10ਵੇਂ ਦੁਆਰ ਦੇ ਵਿੱਚ ਹੀ ਆਰਾਮ ਅਨੁਭਵ ਕਰ ਲਿਆ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੇ ਨਾ ਅਨਾਨਾ। ਸ੍ਰੇਠ ਆਕਲ ਨਾਲ ਰੰਗੀਜਨ ਕਾਰਨ ਮੈਂ ਇੱਕ ਸੁਆਮੀ ਨੂੰ ਪਛਾਣਦਾ ਹਾਂ ਤੇ ਮੰਨਦਾ ਹਾਂ, ਅਤੇ ਕਿਸੇ ਹੋਰ ਆਪਣੇ ਚਿੱਤ ਅੰਦਰ ਨਹੀਂ ਆਉਣ ਦਿੰਦਾ। ਕਹਿੰਦੇ ਹੋਰ ਵੀ ਕਿਸੇ ਨੂੰ ਆਪਣੇ ਚਿੱਤ ਦੇ ਵਿੱਚ ਨਹੀਂ ਆਣ ਦਿੰਦਾ ਹੈ। ਚੰਦਨ ਬਾਸ ਪੈ ਮਨ ਬਾਸਨ, ਤਿਆਗ ਕਟਿਓ ਅਵਮਾਨਾ। ਆਪਣੇ ਮਾਨਸਿਕ ਹੰਕਾਰ ਨੂੰ ਛੱਡ ਦੇ। ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਆ। ਭਗਤ ਕਬੀਰ ਜੀ ਕਹਿੰਦੇ ਆਪਣੇ ਹੰਕਾਰ ਨੂੰ ਛੱਡ ਦੇ। ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਹੈ। ਜੋ ਜਨ ਗਾਏ ਧਿਆਏ, ਤੇ ਠਾਕਰ ਤਾਸ ਪ੍ਰਭੂ ਹੈ ਤਨਾਨਾ। ਜੇ ਪੁਰਸ਼ ਸੁਆਮੀ ਦੀਆਂ ਉੱਤਮਤਾਈਆਂ ਦਾ ਗਾਇਨ ਤੇ ਚਿੰਤਨ ਕਰਦਾ ਹੈ, ਉਹਦੇ ਅੰਦਰ ਮਾਲਕ ਦਾ ਨਿਵਾਸ ਹੋ ਜਾਂਦਾ। ਜਿਹੜੇ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਨੇ, ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਕਰਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਨਿਵਾਸ ਹੋ ਜਾਂਦਾ। ਆਖੋ ਸਤਨਾਮ। ਤਹ ਬੜ ਭਾਗ ਬਸਿਓ ਮਨ ਜਾਕੈ, ਕਰਮ ਪ੍ਰਦਾਨ ਮਥਨਾਨਾ। ਜਿਸ ਦੇ ਦਿਲ ਅੰਦਰ ਸੁਆਮੀ ਵਸਦਾ ਹੈ, ਭਾਰੀ ਚੰਗੀ ਕਿਸਮਤ ਹੈ ਉਸਦੀ, ਪਰਮ ਪ੍ਰਸਿੱਧ ਹੈ ਉਸ ਦੇ ਮੱਥੇ ਤੇ ਲਿਖੀ ਪ੍ਰਲਬਧ। ਕਾਟ ਸਕਤ ਸਿਵ ਸਹਿਜ ਪ੍ਰਕਾਸਿਓ, ਏਕੇ ਏਕ ਸਮਨਾਨਾ। ਕਹਿੰਦੇ ਮਾਇਆ ਨੂੰ ਮੈਂ ਮੇਟ ਸੁੱਟਿਆ ਹੈ, ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੋਸ਼ਨ ਹੋ ਗਈ, ਅਤੇ ਮੈਂ ਇੱਕ ਮਾਲਕ ਅੰਦਰ ਲੀਨ ਹੋ ਗਿਆ ਹਾਂ। ਬਾਕੀ ਛੱਡ ਦਿੱਤਾ ਖੇੜਾ ਸਾਰਿਆਂ ਦਾ, ਇੱਕ ਮਾਲਕ ਪਰਮੇਸ਼ਰ ਅੰਦਰ ਲੀਨ ਹੋ ਗਿਆ ਹਾਂ। ਇੱਕ ਮਾਲਕ ਤੇ ਭਰੋਸਾ ਰੱਖਾਂਗੇ ਨਾ, ਉਹ ਕਿਰਪਾ ਕਰ ਦੇਗਾ, ਮਿਹਰ ਕਰ ਦੇਗਾ। ਜਿਹੜਾ ਘਰ ਦਾ ਕੁੱਤਾ ਹੁੰਦਾ ਨਾ ਪਾਲਿਆ ਹੋਇਆ, ਉਹਦੇ ਗਲ ਦੇ ਵਿੱਚ ਪੱਟਾ ਪਾਇਆ ਹੁੰਦਾ, ਉਹਨੂੰ ਡਰਦਾ ਕੋਈ ਡੰਡਾ ਵੀ ਨਹੀਂ ਮਾਰਦਾ। ਅਗਲਾ ਕਹਿੰਦਾ ਯਾਰ ਫਲਾਣਾ ਸਿੰਘ ਦਾ ਕੁੱਤਾ ਜੀ, ਡੰਡਾ ਮਾਰਿਆ ਗਲ ਪੈ ਜਾਊਗਾ, ਕਿਉਂਕਿ ਉਹ ਮਾਲਕ ਦਾ।
ਜਿਹੜੇ ਅਵਾਰੇ ਫਿਰਦੇ ਨੇ ਨਾ, ਨਾ ਕੋਈ ਗਲ ਚ ਪਟਾ, ਨਾ ਕੋਈ ਉਹਨਾਂ ਦਾ ਮਾਲਕ, ਜਿਹੜੇ ਘਰ ਘਰ ਵੜਦੇ ਨੇ ਜਾ ਕੇ ਉਹੀ ਡੰਡਾ ਮਾਰਦਾ, ਜਿਹੜਾ ਮਿਲਦਾ ਉਹੀ ਡੰਡਾ ਮਾਰ ਦਿੰਦਾ। ਜਿਹੜਾ ਪਾਲਿਆ ਹੋਇਆ ਮਾਲਕ ਦਾ ਨਾ, ਮਾਲਕ ਦਾ ਬਣਿਆ ਹੋਇਆ, ਉਹਦੇ ਨਹੀਂ ਕੋਈ ਮਾਰਦਾ। ਜਦੋਂ ਇੱਕ ਮਾਲਕ ਦੇ ਬਣ ਜਾਵਾਂਗੇ, ਪਰਮੇਸ਼ਰ ਦੇ ਬਣ ਜਾਵਾਂਗੇ, ਕਹਿੰਦੇ ਏਕ ਦਰ ਕਾ ਹੋਏ ਰਹੋ, ਦੁਰ ਦੁਰ ਕਹੇ ਨਾ ਕੋਏ। ਇੱਕ ਮਾਲਕ ਦੇ ਬਣ ਗਏ, ਫਿਰ ਗੁਰਮੁਖ ਪਿਆਰੇ ਕੀ ਅੰਤਾ। ਭਗਤ ਕਬੀਰ ਜੀ ਕਹਿੰਦੇ ਮੈਂ ਮਾਇਆ ਨੂੰ ਮੇਟ ਛੁੱਟਿਆ ਹੈ, ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੋਸ਼ਨ ਹੋ ਗਈ ਆ, ਅਤੇ ਮੈਂ ਇੱਕ ਮਾਲਕ ਅੰਦਰ ਲੀਨ ਹੋ ਗਿਆ, ਇੱਕ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਿਆ ਹਾਂ। ਕਹੇ ਕਬੀਰ ਗੁਰ ਭੇਟ ਮਾ ਸੁਖ, ਪਰਮਤ ਰਹਿ ਮਨ ਮਨਾਨਾ। ਕਬੀਰ ਜੀ ਆਖਦੇ ਹਨ, ਕਹਿੰਦੇ ਗੁਰਾਂ ਨੂੰ ਮਿਲ ਕੇ ਮੈਨੂੰ ਬੜਾ ਆਨੰਦ ਪ੍ਰਾਪਤ ਹੋ ਗਿਆ, ਮੇਰਾ ਮਨੁਆ ਭਟਕਣੋਂ ਹਟ ਗਿਆ ਅਤੇ ਖੁਸ਼ ਹੋ ਗਿਆ ਹੈ ਜਦੋਂ ਦਾ ਮੈਂ ਗੁਰਾਂ ਨੂੰ ਮਿਲਿਆ। ਰਾਗ ਗਾਵੜੇ ਬਾਵਣ ਅਖਰੀ, ਕਬੀਰ ਜੀ ਰਾਗ ਗਾਵੜੇ ਬਾਵਣ ਅਖਰੀ, ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਵਾਹਿਗੁਰੂ ਕੇਵਲ ਭਾਈ ਇੱਕ ਹੈ, ਸੱਚਾ ਹੈ ਉਸ ਦਾ ਨਾਮ, ਅਤੇ ਰਚਨਹਾਰ ਉਸ ਦੀ ਵਿਅਕਤੀ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਬਾਵਨ ਅਸਰ ਲੋਕ ਤਰੈ ਸਭ ਕਿਸੇ ਨਿਮਾਹੇ, ਇਨ੍ਹਾਂ 52 ਅੱਖਰਾਂ ਰਾਹੀਂ ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ। 52 ਅੱਖਰਾਂ ਰਾਹੀਂ ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ। ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮਾਏ ਨਾਹੇ। ਇਹ ਅੱਖਰ ਬਿਨਸ ਜਾਣਗੇ, ਉਹ ਅਬਨਾਸੀ ਪ੍ਰਭੂ ਇਹਨਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜਹਾਂ ਬੋਲ ਤਾਂ ਅਸਰਿਆ ਬਾਂ, ਜੈ ਬੋਲ ਤੈ ਮਨ ਨਾ ਰਹਾਵਾ। ਕਹਿੰਦੇ ਜਿੱਥੇ ਬੋਲੀ ਹੈ ਉੱਥੇ ਅੱਖਰ ਸ਼ਬਦ ਹਨ, ਜਿੱਥੇ ਬੋਲੀ ਹੈ ਉੱਥੇ ਅੱਖਰ ਸ਼ਬਦ ਨੇ। ਜਦੋਂ ਬੋਲਦਾ ਵੀ ਤਾਂ ਅੱਖਰੇ ਨੇ, ਉਹ ਵੀ ਸ਼ਬਦ ਨੇ। ਜਿੱਥੇ ਬਚਨ ਵਿਲਾਸ ਨਹੀਂ ਉੱਥੇ ਮਨੁਆ ਸਥਰ ਨਹੀਂ। ਜਿੱਥੇ ਬਚਨ ਵਿਲਾਸ ਨਹੀਂ ਉੱਥੇ ਮਨ ਜਿਹੜਾ ਉਹ ਸਥਰ ਨਹੀਂ, ਟਿਕਿਆ ਨਹੀਂ ਹੋਇਆ, ਭਟਕਦਾ ਹੈ। ਜਿਹੜਾ ਮਨ ਭਟਕਣੋਂ ਹਟ ਗਿਆ, ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ, ਬੰਦਗੀ ਦੇ ਵਿੱਚ ਲੱਗ ਗਿਆ, ਉੱਥੇ ਬਚਨ ਵਿਲਾਸ ਹੁੰਦੇ ਨੇ। ਆਖੋ ਸਤਨਾਮ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲੇਖੇ ਨਾ ਕੋਈ। ਬਚਨ ਵਿਲਾਸ ਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ। ਬਚਨ ਵਿਲਾਸ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ। ਜਿਹੋ ਜਿਹਾ ਉਹ ਹੈ, ਉਹ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ। ਅਲਹ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਜੇ ਮੈਂ ਪੂਜਿਆ ਪ੍ਰਭੂ ਨੂੰ ਪਾ ਲਵਾਂ
ਤਦ ਮੈਂ ਉਸ ਨੂੰ ਕੀ ਆਖਾਂਗਾ। ਉਸ ਦਾ ਜਸ ਉਚਾਰਨ ਕਰਨ ਦੁਆਰਾ ਮੈਂ ਹੋਰਨਾਂ ਦਾ ਕੀ ਭਲਾ ਕਰਦਾ ਹਾਂ। ਬਟਕ ਬੀਜ ਮਹਿ ਰਬ ਰਹਿਓ, ਜਾ ਕੋ ਤੀਨ ਲੋਕ ਵਿਸਥਾਰ। ਕਹਿੰਦੇ ਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ ਦੇ ਜਿਹਦਾ ਵਾਸਾ ਤਿੰਨਾਂ ਜਹਾਨਾਂ ਦੇ ਅੰਦਰ ਹੈ, ਉਹ ਬੋੜ ਦੇ ਬਿਰਸ ਦੀ ਵੀ ਵਿੱਚ ਵਿਆਪਕ ਹੋ ਰਿਹਾ ਹੈ। ਜਿਵੇਂ ਇੱਕ ਬੋੜ ਦਾ ਦਰਖਤ ਕਿੱਡਾ ਵੱਡਾ ਹੁੰਦਾ, ਉਹ ਇੱਕ ਬੀਜ ਦੇ ਵਿੱਚ ਸਮਾਇਆ ਹੁੰਦਾ। ਜਦੋਂ ਉਹਨੂੰ ਬੀਜ ਕਿੱਡਾ ਫੈਲ ਕੇ ਹੋ ਜਾਂਦਾ ਹੈ। ਇੱਕ ਬੋੜ ਦਾ ਦਰਖਤ ਬੀਜ ਦੇ ਵਿੱਚ ਸਮਾਇਆ ਹੈ, ਬੀਜ ਨਿਕਲ ਜਾ ਹੁੰਦਾ। ਅੱਗੇ ਫਰਮਾਉਂਦੇ ਆ, ਅੱਲਹੇ ਲਹੰਤਾ ਪੇਦ ਸੇ ਕੁਸ ਕੁਸ ਪਾਇਓ ਭੇਦ। ਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਦ ਨੂੰ ਥੋੜਾ ਥੋੜਾ ਜਿੰਨਾ ਵੀ ਸਮਝਦਾ ਹੈ, ਉਸ ਲਈ ਵਿਛੋੜਾ ਅਲੋਪ ਹੋ ਜਾਂਦਾ ਹੈ। ਉਲਟ ਪਏ ਮਨ ਬੇਦਿਓ, ਪਾਇਓ ਅਪੰਗ ਅਸੇਦਾ। ਜਦ ਬੰਦਾ ਦੁਨੀਆ ਵੱਲੋਂ ਮੁੜ ਪੈਂਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਬਿੰਨਿਆ ਜਾਂਦਾ ਹੈ ਅਤੇ ਉਹ ਨਾਸ ਰਹਿਤ ਅਬੋਧ ਵਾਹਿਗੁਰੂ ਨੂੰ ਪਾ ਲੈਂਦਾ। ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਪਾ ਲੈਂਦਾ ਹੈ। ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਣ। ਇੱਕ ਮੁਸਲਮਾਨੀ ਜੀਵਨ ਰਹੁ ਰੀਤੀ ਨੂੰ ਸਮਝਦਾ ਹੈ। ਇੱਕ ਮੁਸਲਮਾਨੀ ਜੀਵਨ ਰਹੁ ਰੀਤੀ ਨੂੰ ਸਮਝਦਾ ਹੈ। ਇੱਕ ਹਿੰਦੂ ਵੇਦਾਂ ਤੇ ਪੁਰਾਣਾਂ ਨੂੰ ਸਮਝਦਾ ਹੈ। ਮਨ ਸਮਝਾਵਣ ਕਾਰਨੇ ਕਸੁਅਕ ਪੜੀਐ ਗਿਆਨ। ਕਹਿੰਦੇ ਆਪਣੇ ਮਨ ਨੂੰ ਸਿੱਧਾ ਰਸਤੇ ਪਾਉਣ ਲਈ ਆਦਮੀ ਨੂੰ ਥੋੜੀ ਬਹੁਤੀ ਬ੍ਰਹਮ ਵਿਦਿਆ ਕੋਖਣੀ ਉਚਿਤ ਹੈ, ਵਿਚਾਰਨੀ। ਥੋੜਾ ਜਿਹਾ ਵਿਚਾਰੇ ਬਹੁਤਾ, ਥੋੜਾ ਜਿਹਾ ਗਿਆਨੀ ਬਹੁਤਾ। ਕਹਿੰਦੇ ਮਨ ਸਮਝਾਵਣ ਕਾਰਨੇ ਕਸੁਅਕ ਪੜੀਏ ਗਿਆਨ। ਕਹਿੰਦੇ ਮਨ ਨੂੰ ਸਮਝਾਉਣ ਵਾਸਤੇ ਥੋੜਾ ਜਿਹਾ ਗਿਆਨ ਪੜ੍ਹ ਲਈਏ ਬਹੁਤ ਆ, ਕਾਫੀ ਆ। ਜੇ ਮੰਨੀਏ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਣ ਲਈ, ਜੇ ਮੰਨਿਆ ਨਾ ਤਾਂ ਕੁਛ ਵੀ ਨਹੀਂ ਬਣਨਾ। ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜਦੋਂ ਧਿਆਨ ਹੀ ਨਹੀਂ ਦਿੱਤਾ, ਜਦੋਂ ਉਹਨੂੰ ਮੰਨੇ ਹੀ ਨਹੀਂ, ਫਿਰ ਪੜਨ ਸੁਣਨ ਦਾ ਫਾਇਦਾ ਕੀ ਹੈ? ਵੀ ਕੋਈ ਫਾਇਦਾ ਨਹੀਂ ਹੈ। ਆਪਣੇ ਚਿੱਤ ਨੂੰ ਸਿੱਧੇ ਰਸਤੇ ਪਾਉਣ ਲਈ ਆਦਮੀ ਨੂੰ ਥੋੜਾ ਬਹੁਤੀ ਬ੍ਰਹਮ ਵਿਦਿਆ ਵਿਚਾਰਨੀ ਉਚਿਤ ਹੈ। ਓੰਕਾਰ ਆਦਿ ਮੈਂ ਜਾਣਾ, ਮੈਂ ਕੇਵਲ ਇੱਕ ਪ੍ਰਭੂ ਨੂੰ ਜਾਣਦਾ ਹਾਂ, ਜੋ ਹਰ ਚੀਜ਼ ਦਾ ਮੱਥਾ ਹੈ। ਲਿਖ ਅਰ ਮੇਟੇ ਤਾਹੇ ਨਾ ਮਨਾ। ਮੈਂ ਉਸ ਉੱਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ, ਰਚਦਾ ਅਤੇ ਲੈ ਕਰਦਾ ਹੈ। ਓੰਕਾਰ ਲਖੈ ਜੋ ਕੋਈ। ਜੇਕਰ ਕੋਈ ਇੱਕ ਸਾਈਂ ਨੂੰ ਵੇਖ ਲਵੇ, ਪਰਮੇਸ਼ਰ ਨੂੰ ਵੇਖ ਲਵੇ,
ਸੋਏ ਲੱਖ ਮਿਟਣਾ ਨਾ ਹੋਈ, ਤਾਂ ਉਸ ਨੂੰ ਦੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ। ਪਰਮੇਸ਼ਰ ਨੂੰ ਦੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ, ਅਵਿਨਾਸੀ ਹੋ ਜਾਂਦਾ ਹੈ। ਉਹਦੀ ਆਤਮਾ ਜਿਹੜੀ ਅਵਿਨਾਸੀ ਹੋ ਜਾਂਦੀ ਆ। ਕੱਕਾ ਕਿਰਨ ਕਮਲ ਮੈਂ ਪਾਵਾਂ, ਸਾਸ ਵਿਗਾਸ ਸੰਪਟ ਨਹੀਂ ਆਵਾਂ। ਕੱਕਾ, ਜਦ ਬ੍ਰਹਮ ਗਿਆਨ ਦੀਆਂ ਕਿਰਨਾਂ ਦਿਲ ਕਮਲ ਵਿੱਚ ਆ ਜਾਂਦੀਆਂ ਹਨ, ਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਕਰ ਜਾਂਦੀ ਆ। ਆਪਾਂ ਕਹਿੰਦੇ ਭਾਈ ਮਾੜਾ ਜਿਹਾ ਬਾਹਰ ਖੋਲ ਦੋ, ਅੰਦਰ ਸੂਰਜ ਦੀਆਂ ਕਿਰਨਾਂ ਆਣ, ਮਾੜਾ ਮੋਟਾ ਅੰਦਰ ਘਰ-ਬਾਰ ਸੁੱਕੇ ਵਧੀਆ ਹੋਵੇ। ਸਿਆਲ ਦੇ ਵਿੱਚ ਦੇਖਦੇ ਨਾ ਆਪਾਂ, ਖੋਲੋ ਭਾਈ ਸੂਰਜ ਚੜ ਗਿਆ, ਕਿਰਨਾਂ ਅੰਦਰ ਆ ਜਾਣਾ। ਹੁਣ ਜਿੰਨੇ ਆਪਣਾ ਦਰਵਾਜ਼ਾ ਨਹੀਂ ਖੋਲਿਆ, ਅੰਦਰ ਕਿਰਨਾਂ ਕੀ ਵੜਨੀਆਂ ਨੇ। ਤਾਂ ਗੁਰਮੁਖ ਪਿਆਰਿਓ, ਜਦ ਬ੍ਰਹਮ ਗਿਆਨ ਦੀਆਂ ਕਿਰਨਾਂ ਦਿਲ ਕਮਲ ਵਿੱਚ ਆ ਜਾਂਦੀਆਂ ਨੇ, ਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਕਰ ਜਾਂਦੀ। ਫਿਰ ਉਹ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਅਰਜੇ ਤੇਹਾ ਕੁਸਮ ਰਸ ਪਾਵਾਂ, ਅਕਹਿ ਕਹਾਂ ਕਹਿ ਕਾ ਸਮਝਾਵਾ। ਅਤੇ ਜੇਕਰ ਬੰਦਾ ਉੱਥੇ ਰੂਹਾਨੀ ਫੁੱਲ ਦੇ ਅੰਦਰ ਨੂੰ ਪਾ ਲਵੇ, ਉਹ ਉਸ ਦੇ ਅਕਥ ਸਵਾਦ ਨੂੰ ਕਥਨ ਨਹੀਂ ਕਰ ਸਕੇਗਾ। ਵਰਣਨ ਕਰਨਾ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ। ਖੱਖਾ ਇਹ ਕੋੜ ਮਨ ਆਵਾ, ਕੋੜੇ ਸਾੜ ਨਾ ਦੈ ਦਿਸ ਧਾਵਾ। ਖੱਖਾ, ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਜਾਂਦੀ ਹੈ। ਪਰਮੇਸ਼ਰ ਦੀ ਗੁਫਾ ਦੇ ਅੰਦਰ ਇਹ ਜਿਹੜੀ ਆਤਮਾ ਅੰਦਰ ਚਲੀ ਜਾਂਦੀ ਹੈ, ਪ੍ਰਵੇਸ਼ ਹੋ ਜਾਂਦੀ, ਦਾਖਲ ਹੋ ਜਾਂਦੀ ਹੈ, ਪਰਮੇਸ਼ਰ ਦੇ ਨਾਲ ਮਿਲ ਜਾਂਦੀ ਆ। ਗੁਫਾ ਨੂੰ ਤਿਆਗ ਕੇ ਇਹ ਹੁਣ ਦਸੀ ਪਾਸੀ ਨਹੀਂ ਭਟਕਦੀ। ਜਦੋਂ ਪਰਮੇਸ਼ਰ ਦੇ ਨਾਲ ਮਿਲ ਗਈ ਨਾ, ਫਿਰ ਇਹ ਆਤਮਾ ਭਟਕਦੀ ਨਹੀਂ ਹੈ। ਆਖੋ ਸਤਨਾਮ। ਜਦੋਂ ਪਰਮਾਤਮਾ ਦੇ ਵਿੱਚ ਮਿਲ ਗਈ ਆ, ਇਹ ਭਟਕਦੀ ਉਦੋਂ ਆ ਜਦੋਂ ਪਰਮਾਤਮਾ ਦੇ ਨਾਲ ਨਹੀਂ ਮਿਲਦੀ, ਪਰਮੇਸ਼ਰ ਦੇ ਨਾਲ ਨਹੀਂ ਮਿਲਦੀ, ਉਦੋਂ ਭਟਕਦੀ ਆ। ਜਦੋਂ ਗੁਰੂ ਦੇ ਨਾਲ ਜੁੜ ਗਈ ਨਾ, ਫਿਰ ਆਤਮਾ ਭਟਕਦੀ ਨਹੀਂ। ਹੁਣ ਦੇਖੋ, ਤੁਸੀਂ ਬੈਠੇ ਹੋ ਸ਼ਾਂਤੀ ਦੇ ਨਾਲ, ਸਾਰੇ ਤੁਹਾਡੀ ਆਤਮਾ ਪਰਮਾਤਮਾ ਨਾਲ ਜੁੜੀ ਹੋਈ ਹੈ ਇਸ ਟਾਈਮ। ਜਦੋਂ ਪਰਮਾਤਮਾ ਨਾਲ ਟੁੱਟ ਗਈ, ਬਾਅਦ ਫਿਰ ਕਦੇ ਡੰਗਰਾਂ ਦਾ ਖਿਆਲ ਆ ਗਿਆ, ਕਦੇ ਬੱਚਿਆਂ ਦਾ, ਕਦੇ ਪ੍ਰਸ਼ਾਦੇ ਪਾਣੀ ਦਾ, ਦਾਲ ਸਬਜ਼ੀ ਦਾ। ਫਿਰ ਇਹ ਸਾਰੇ ਪਾਸੇ ਭਟਕਣੀ ਸ਼ੁਰੂ ਹੋ ਜਾਂਦੀ। ਕਦੇ ਕਿਧਰੇ ਨੂੰ ਜਾਂਦੀ, ਕਦੇ ਕਿਧਰੇ ਨੂੰ। ਇਹ ਨਹੀਂ ਪਤਾ ਵੀ ਮਿੰਟਾਂ 'ਚ ਕੈਨੇਡਾ ਚਲੀ ਜਾਵੇ, ਇਹ ਨਹੀਂ ਪਤਾ ਵੀ ਮਿੰਟਾਂ 'ਚ ਅਮਰੀਕਾ ਚਲੀ ਜਾਵੇ। ਇਹ ਆਤਮਾ ਦਸੇ ਪਾਸੇ ਭਟਕਦੀ ਰਹਿੰਦੀ ਹੈ। ਨਾਮ ਜਪਣ ਦੇ ਨਾਲ ਇਹ ਕਾਬੂ ਹੋ ਜਾਂਦੀ ਆ। ਜਦੋਂ ਨਾਮ ਜਪਦੇ ਆ ਨਾ, ਇਹ ਫਿਰ ਭਟਕਣੀ ਬੰਦ ਹੋ ਜਾਂਦੀ ਆ, ਕਿਉਂਕਿ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੀ ਹੈ। ਅੱਗੇ ਸੁਣੋ। ਖਸਮੇ ਜਾਣ ਖਿਮਾ ਕਰ ਰਹਿ, ਤੋ ਹੋਏ ਨਿਖਿਆਓ ਅੱਖੈ ਪਦ ਲਹੈ। ਜਦ ਮਾਲਕ ਨੂੰ ਅਨੁਭਵ ਕਰਕੇ ਇਨਸਾਨ ਦਇਆ ਅੰਦਰ ਵਿਚਰਦਾ ਹੈ, ਤਾਂ ਉਹ ਅਮੀਰ, ਵਾਹਿਗੁਰੂ, ਤਾਂ ਉਹ ਅਮਰ ਹੋ ਜਾਂਦਾ ਹੈ
ਅਤੇ ਅਬਲਾਸੀ ਦਰਜਾ ਹਾਸਲ ਕਰ ਲੈਂਦਾ ਹੈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਤਰੀ ਕਾਨਾ। ਗੱਗਾ ਜੋ ਗੁਰਾਂ ਦੀ ਸਿੱਖਿਆ ਨੂੰ ਸਮਝਦਾ ਹੈ, ਉਹ ਹੋਰ ਉਸ ਗੱਲ ਵੱਲ ਆਪਣਾ ਕੰਨ ਨਹੀਂ ਕਰਦਾ। ਜਿਹੜਾ ਗੁਰਾਂ ਦੀ ਸਿੱਖਿਆ ਨੂੰ ਸਮਝਦਾ ਨਾ, ਉਹ ਹੋਰ ਇਸ ਗੱਲ ਵੱਲ ਆਪਣਾ ਕੰਨ ਨਹੀਂ ਕਰਦਾ। ਭਾਵ ਕਿ ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਨਿੰਦਿਆ ਚੁਗਲੀ ਨਹੀਂ ਸੁਣਦਾ। ਜਿਹੜੇ ਕੰਨਾਂ ਦੇ ਨਾਲ ਗੁਰਬਾਣੀ ਸੁਣਨ ਦੀ ਆਦਤ ਪੈ ਗਈ, ਕਥਾ ਸੁਣਨ ਦੀ ਆਦਤ ਪੈ ਗਈ, ਨਾਮ ਸੁਣਨ ਦੀ ਆਦਤ ਪੈ ਗਈ, ਉਹ ਕਿਸੇ ਦੀ ਚੁਗਲੀ ਨਿੰਦਿਆ ਨਾਲ ਕੰਨਾਂ ਦੇ ਨਾਲ ਨਹੀਂ ਸੁਣਦਾ ਹੈ। ਰਹਿ ਬਿਹੰਗਮ ਕਤੇ ਨ ਜਾਏ, ਅਗਹਿ ਗਹਿ ਗਹਿ ਗਗਨ ਰਹਾਈ। ਉਹ ਇੱਕ ਬਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਨਾਰਾ ਨਹੀਂ, ਕਿਧਰੇ ਨਹੀਂ ਜਾਂਦਾ। ਰਹਿ ਬਿਹੰਗਮ, ਬਿਹੰਗਮ ਉਹਨੂੰ ਕਹਿੰਦੇ ਨੇ ਜਿਹੜਾ ਵਿਆਹ ਨਹੀਂ ਕਰਾਉਂਦਾ, ਸਾਰੀ ਜ਼ਿੰਦਗੀ ਭਜਨ ਕਰਦਿਆਂ ਸਿਮਰਨ ਕਰਦਿਆਂ ਬਤੀਤ ਕਰ ਜਾਂਦਾ, ਉਹਨਾਂ ਨੂੰ ਬਿਹੰਗਮ ਕਹਿੰਦੇ ਨੇ। ਜੋ ਨਾ ਫੜੇ ਜਾਣ ਵਾਲੇ ਸਾਈ ਨੂੰ ਪਕੜਦਾ ਹੈ ਅਤੇ ਇਕਰ ਫੜ ਕੇ 10ਵੇਂ ਦੁਆਰ ਅੰਦਰ ਰਹਿੰਦਾ ਹੈ। ਕੱਗਾ ਕਟ ਕਟ ਨਿਮਸੈ ਸੋਈ, ਕਟ ਫੂਟੇ ਕਟ ਕਵੇ ਨ ਹੋਈ। ਕੱਗਾ ਉਹ ਸੁਆਮੀ ਹਰ ਦਿਲ ਅੰਦਰ ਵਸਦਾ ਹੈ। ਪਰਮੇਸ਼ਰ ਹਰ ਦਿਲ ਦੇ ਅੰਦਰ ਵਸਦਾ ਸਾਰਿਆਂ ਦੇ ਦਿਲ ਦੇ ਵਿੱਚ ਆ, ਪਰ ਉਹਨੂੰ ਪ੍ਰਗਟ ਬਿਰਲਾ ਬਿਰਲਾ ਕਰਦਾ ਹੈ। ਬਿਰਲੇ ਬਿਰਲੇ ਨੇ ਜਿਹੜੇ ਪ੍ਰਗਟ ਕਰਦੇ ਨੇ। ਦੁੱਧ ਤਾਂ ਸਾਰੇ ਘਰਾਂ ਦੇ ਵਿੱਚ ਆ, ਘਿਓ ਤਾਂ ਬਿਰਲੇ ਬਿਰਲੇ ਪ੍ਰਗਟ ਕਰਦੇ, ਨਹੀਂ ਤਾਂ ਪਾਉਣ ਦੀ ਲਾਲਚ ਹੁੰਦਾ ਵੀ ਦੁੱਧ ਪਾ ਦਈਏ। ਫਿਰ ਆਪਾਂ ਡੋਲੂ ਚੱਕੀ ਦੂਜਿਆਂ ਦੇ ਘਰਾਂ ਅੰਦਰ ਫਿਰਦੇ ਵੀ ਲੱਸੀ ਪੀਣੀ ਆ ਜੀ। ਅੱਗੇ ਤਾਕਤ ਕਿਉਂ ਹੁੰਦੀ ਸੀ? ਦੇਸੀ ਘਰ ਦਾ ਦੇਸੀ ਘਿਓ, ਘਰ ਦਾ ਵਧੀਆ ਦੁੱਧ ਪੀਂਦੇ ਸੀ, ਸ਼ੱਕਰ ਘਿਓ ਖਾਂਦੇ ਸੀ, ਘਿਓ ਦੀ ਪੰਜੀਰੀ, ਹੋਰ ਕਿੰਨਾ ਕੁਝ, ਸਰੀਰ ਤਾਕਤਵਰ ਰਹਿੰਦੇ। ਕੰਮ ਕਰਦੇ ਸੀ ਨਾ, ਦੇਖਿਆ ਵੀ ਖੇਤਾਂ ਦੇ ਵਿੱਚ 20-20, 25-25 ਜਣੇ ਕਣਕ ਗੁੱਡਦੇ। ਅੱਜ ਕੱਲ੍ਹ ਕਿਹੜਾ ਗੁੱਡਦਾ ਕਣਕ? ਅਗਲਾ ਕਹਿੰਦਾ ਦਵਾਈ ਪਾ ਦੋ ਲਿਆ ਕੇ। ਦਵਾਈਆਂ ਪਾਈ ਜਾਂਦੇ, ਲਿਆ ਕੇ ਪੈਸੇ ਬਰਬਾਦ ਕਰੀ ਜਾਂਦੇ ਆ। ਉਧਰ ਫਿਰ ਆਪਾਂ ਸਰੀਰ ਤੇ ਬਰਬਾਦੀ ਕਰ ਲੈਂਦੇ। ਉਹੀ ਚੀਜ਼ਾਂ ਖਾ ਕੇ ਕੋਈ ਕਹਿੰਦਾ ਜੀ ਯੂਰੀਆ ਹੋ ਗਿਆ, ਕੋਈ ਕਹਿੰਦਾ ਜੀ ਸ਼ੂਗਰ ਵੱਧ ਗਿਆ, ਕੋਈ ਕੁਛ ਹੋ ਗਿਆ। ਜਿਹੋ ਜਿਹਾ ਅੰਨ ਖਾਂਦੇ ਪਰ ਉਹੋ ਜਿਹੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਅੱਗੇ ਦੇਖਿਆ ਜੀ ਕਦੇ ਕਿਸੇ ਨੂੰ ਵੀ ਇਹਨੂੰ ਸ਼ੂਗਰ ਹੋ ਗਿਆ ਜੀ, ਇਹਨੂੰ ਆਹ ਹੋ ਗਿਆ? ਕੋਈ ਨਹੀਂ ਇਸ ਤਰ੍ਹਾਂ ਦੀ ਕਦੇ ਬਿਮਾਰੀ ਸੁਣਦੇ ਸੀ। ਘਰ ਦੀ ਘਿਓ, ਸ਼ੱਕਰ ਘਿਓ ਰਲਾ ਕੇ ਖਾਂਦੇ, ਕਿੰਨਾ ਕੁਝ ਘਰ ਦਾ ਚੀਜ਼ਾਂ ਬਣੀਆਂ ਹੋਈਆਂ ਪਿਓਰ ਖਾਂਦੇ ਸੀ। ਅੱਜ ਮਿਲਾਵਟਾਂ ਹੋ ਗਈਆਂ, ਇਸੇ ਕਰਕੇ ਸਰੀਰ ਨਹੀਂ ਕੰਮਦੇ ਰਹੇ। ਤਾਂ ਗੁਰਮੁਖ ਪਿਆਰਿਓ, ਜਿਹੜਾ ਘਰ ਦਾ ਦੁੱਧ ਹੁੰਦਾ ਨਾ ਪਿਓਰ, ਤੇ ਇੱਕ ਦੋਜੀ ਵਾਲਾ ਦੁੱਧ ਹੁੰਦਾ, ਉਹਦਾ ਫਰਕ ਹੁੰਦਾ। ਘਰ ਦਾ ਦੁੱਧ ਦੇਖੋ ਕਿੰਨਾ ਵਧੀਆ ਹੁੰਦਾ, ਅੱਧਾ ਗਲਾਸ ਪਾ ਲਓ ਚਾਹ ਦੇ ਵਿੱਚ ਐਨ ਬਣ ਜਾਂਦੀ ਹੈ। ਜੇ ਦੋਜੀ ਵਾਲਾ ਦੁੱਧ ਇੱਕ ਗਲਾਸ ਪਾ ਲਈਏ ਤਾਂ ਵੀ ਉਹੀ ਜਿਹੀ ਬਣਦੀ ਹੈ, ਘਰ ਵਾਲਾ ਅੱਧਾ ਪਾ ਲਈਏ ਤਾਂ ਵੀ। ਅਗਲਾ ਕਹਿੰਦਾ ਯਾਰ ਘਰ ਦਾ ਦੁੱਧ ਘਰ ਦਾ ਹੀ ਆ, ਵਧੀਆ ਹੁੰਦਾ। ਇਸ ਕਰਕੇ ਪਿਓਰ ਚੀਜ਼ ਪਿਓਰ ਹੀ ਹੈ। ਵਿਚਾਰ ਚੱਲ ਰਹੀ ਸੀ, ਉਹ ਵਾਹਿਗੁਰੂ
हर दिल दे अंदर है, हर घर दे विच दुध है, पर घिओ तो प्रगट बिरले बिरले करते ने ना। सारे पिंड तो नहीं दुध रड़क रहा, सारा पिंड तो नहीं घिओ प्रगट कर रहा, बिरले बिरले होणगे जिहड़े करदे होणे। इस तरह वाहिगुरू सारिਆਂ ਦੇ ਹਿਰਦੇ अंदर आ ते ਉਹਨੂੰ बिरले बिरले ने जिहड़े प्रगट कर लेंदे ने, हो जाता प्रगट, पर दिन रात एक करनी पैंदी है। महाराज जी कहते आप गवाईए तां सौ पाईए और कैसी चितराई। अपना आप गवाउणा पैंदा, फिर परमेश्वर मिलदा, वो चितराइयां दे नाल नहीं मिलदा। आखो सतनाम। अपना आप गवाउणा पैंदा, सब कुछ छड्डना पैंदा गुरमुख प्यारिओ, फिर जाके वो परमेश्वर पाया जाता है। हर दिल दे विच परमेश्वर वसदा, पर बिरले बिरले ने जिहड़े प्रगट करते हैं, नाम जप के, बंदगी करके, सेवा करके, सिमरन करके, वो परमेश्वर नूं प्रगट कर लेंदे ने, हो जाता प्रगट। महाराज जी 10वें पातशाह गुरु गोबिंद सिंह महाराज जी कहते जिन प्रेम कियो तिन ही प्रभ पायो। जिन्हां ने वाहिगुरु परमेश्वर दे नाल अथा बहुत ज्यादा सब कुछ छड्ड के प्रेम किया, उन्हां ने परमेश्वर नूं पा लिया। आखो सतनाम। जिन्हां ने पाया तिन्हां ने सपाया। वो पा लैंदे ने, दसदे नहीं, और रौला नहीं पाउंदे भी साडे अंदर परमेश्वर प्रगट हो गया। जिहड़ा नशे खाण वाला अमली आ, वो रौला पाउंदा किते भी मैं इन्नी भुखी खाधी है, भी इन्नी फीम खा गया, इन्नी वो खा गया। किवें पता लगदा? ਉਹਦੇ ਲੱਛਣਾਂ ਤੋਂ पता लग ਜਾਂਦਾ। ਉਹਦੇ ਲੱਛਣਾਂ ਤੋਂ पता लग ਜਾਂਦਾ भी ਇਹ ਬੰਦਾ ਨਸ਼ਈ ਆ, ਇਹਦਾ ਖਾਦਾ ਪੀਤਾ ਹੋਇਆ ਕੁਛ। ਉਹ ਕੰਮੇ ਇਹੋ ਜਿਹੇ ਕਰਦਾ, ਲੱਛਣੇ ਉਹਦੇ ਇਹੋ ਜਿਹੇ ਹੋ ਜਾਂਦੇ ਨੇ। इस करके नाम जपण वालियां दा भी जिहड़े परमात्मा नाल मिले ने, उन्हां दा भी पता लग जांदा भी परमेश्वर दे नाल मिले होए ने। की कहंदे ने भगत कबीर जी अगे सुनो। सो कट साड अब कट कत धावा, कहंदे तां उस रास्ते नूं त्याग दे। उस रास्ते नूं त्याग के ओ होरस बिखड़े मागर क्यों पवे। गौआ नग्रह स्नेहो अर निर्बारो संदेह, नाही देख ना भजिए परम सियान पे। आवा लास्ट पंक्ति दी अर्थ करके समाप्ति करिए, समा इजाजत नहीं दिंदा। की कहंदे ने, अपने आप नूं रोक, कहंदे अपने आप नूं रोक, अपने प्रभु नाल प्यार पा, प्रेम पा, अते अपने संशे दूर कर दे। जिहड़े तेरे मन दे अंदर संशे संके ने ना, उन्नू दूर कर दे। भावें तेनू अपने प्रभु दा रस्ता नहीं दिसदा, भावें तेनू अपने परमेश्वर दा रस्ता नहीं दिसदा, तू भज ना, तू भज ना जा। यही महान अकलबंदी है। जे तेनू रास्ता नहीं दिखदा ना, तां तू भज के ना जा, छड्ड के ना जा। एक दिन तेनू रास्ता दिख जाना, एक दिन तेनू परमेश्वर मिल जाना है। आओ बाकी विचारा करांगे कल नूं। गुरबाणी पढ़दे सुनदे कोलों एक नहीं, निका ही प्रकार दी गलतियां भुल्लां चुका हो जांदियां ने। संगतां सतगुरु जी बख्शनहार हन। अगों वाते सिर ते मेरा व्रत रख के सुध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक
ਹਰ ਪ੍ਰਭ ਆਪੇ ਮਿਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰਬਾਣੀ ਸਰਵਣ ਕਰਦੇ ਆ ਰਹੇ ਹੋ, ਜੋ ਫੇਸਬੁੱਕ ਦੇ ਉੱਪਰ YouTube ਦੇ ਉੱਪਰ ਲਾਈਵ ਵੇਖ ਰਹੇ ਹੋ, ਸਾਰਿਆਂ ਦਾ ਬਹੁਤ 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 ਧੰਨਵਾਦ। ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕਰਦੇ ਹੋ। ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ।